CET ਦੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ। ਅੱਜ ਐਂਸ਼ੀਅੰਟ ਹਿਸਟਰੀ ਦਾ ਸਾਡਾ 6ਵਾਂ ਲੈਕਚਰ ਹੈ ਜੀ, ਜਿਸ ਦੇ ਵਿੱਚ ਆਪਾਂ ਗੁਪਤਾ ਅੰਪਾਇਰ ਕਰਾਂਗੇ। ਇਸ ਤੋਂ ਇਲਾਵਾ ਜੋ ਸੈਂਟਰਲ ਏਸ਼ੀਆ ਤੋਂ ਜੋ ਵੰਸ਼ ਆਏ ਉਹਨਾਂ ਬਾਰੇ ਅਸੀਂ ਡਿਸਕਸ ਕਰਾਂਗੇ। ਅੱਜ ਦਾ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਡਾ ਜੋ ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਸੈਸ਼ਨ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ। ਅੱਜ ਦੇ ਜੋ ਲੈਕਚਰ ਦੇ ਵਿੱਚ ਆਪਾਂ ਕਵਰ ਕਰਾਂਗੇ ਉਸ ਦੇ ਵਿੱਚ ਸੈਂਟਰਲ ਏਸ਼ੀਆ ਤੋਂ ਜੋ ਵੰਸ਼ ਆਏ ਉਹਨਾਂ ਬਾਰੇ ਗੱਲ ਕਰਾਂਗੇ, ਸੰਗਮੇਜ ਦੀ ਗੱਲ ਕਰਾਂਗੇ ਔਰ ਗੁਪਤਾ ਅੰਪਾਇਰ ਹੈ ਜੋ ਉਸ ਨੂੰ ਡਿਟੇਲ ਦੇ ਵਿੱਚ ਕਵਰ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸੈਂਟਰਲ ਏਸ਼ੀਅਨ। ਇਹ ਜੋ ਵੰਸ਼ ਸਨ, ਇਹ ਜੋ ਇਸ ਤੋਂ ਪਹਿਲਾਂ ਜੋ ਲਾਸਟ ਲੈਕਚਰ ਦੇ ਵਿੱਚ ਆਪਾਂ ਮੌਰੀਅਨ ਅੰਪਾਇਰ ਹੈ ਜੋ ਉਸ ਨੂੰ ਕਵਰ ਕੀਤਾ ਹੈ, ਉਸ ਦੇ ਵਿੱਚ ਜੋ ਆਪਾਂ ਲਾਸਟ ਦੇ ਵਿੱਚ ਕੀਤਾ ਸੀ ਕਿ ਮੌਰੀਆ ਵੰਸ਼ ਦੇ ਖਤਮ ਹੋਣ ਤੋਂ ਬਾਅਦ ਜੋ ਉਸ ਏਰੀਏ ਦੇ ਵਿੱਚ ਕੁਛ ਤਾਂ ਜੋ ਸੈਂਟਰਲ ਏਸ਼ੀਆ ਤੋਂ ਆਏ ਸਨ ਵੰਸ਼, ਔਰ ਕੁਛ ਜੋ ਸਨ ਆਪਣੀਆਂ ਇੰਡੀਆ ਦੀਆਂ ਜੋ ਨੇਟਿਵ ਸਟੇਟ ਮਤਲਬ ਜੋ ਨਾਲ ਲੱਗਦੇ ਸੂਬੇ ਸਨ, ਪ੍ਰੋਵਿੰਸ ਸਨ, ਉਹਨਾਂ ਤੋਂ ਆਏ ਹੋਏ ਵੰਸ਼ਾਂ ਨੇ ਰਾਜ ਕੀਤਾ। ਤਾਂ ਅੱਜ ਦਾ ਜੋ ਆਪਣਾ ਸਭ ਤੋਂ ਪਹਿਲਾਂ ਸੈਂਟਰਲ ਏਸ਼ੀਅਨ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਸ ਦੇ ਵਿੱਚ ਜੋ ਸਭ ਤੋਂ ਪਹਿਲਾਂ ਆਏ ਸਨ ਉਹ ਸਨ ਇੰਡੋ ਗ੍ਰੀਕਸ। ਇਹਨਾਂ ਨੂੰ ਬੈਕਟਰੀਅਨ ਗ੍ਰੀਕਸ ਵੀ ਆਖਿਆ ਜਾਂਦਾ ਸੀ, ਔਰ ਇਹਨਾਂ ਦਾ ਜੋ ਪਹਿਲਾ ਰਾਜਾ ਸੀ ਮਤਲਬ ਜੋ ਇਹਨਾਂ ਦਾ ਫਾਊਂਡਰ ਸੀ ਉਸ ਨੂੰ ਡਿਮੈਟਰੀਅਸ ਇੱਕ ਕਿਹਾ ਜਾਂਦਾ ਸੀ, ਔਰ ਇਹਨਾਂ ਦਾ ਜੋ ਫੇਮਸ ਕਿੰਗ ਸੀ ਉਸ ਨੂੰ ਮਨਿੰਦਰ ਆਖਿਆ ਜਾਂਦਾ ਸੀ। ਬਹੁਤ ਹੀ ਫੇਮਸ ਰਾਜਾ ਮੰਨਿਆ ਜਾਂਦਾ ਜੀ ਇਹ, ਔਰ ਇਸ ਨੂੰ ਮਲਿੰਦਾ ਵੀ ਆਖਿਆ ਜਾਂਦਾ ਸੀ। ਔਰ ਇਸ ਨੇ ਆਪਣੀ ਕੈਪੀਟਲ ਸਕਾਲਾ ਬਣਾਈ ਜੋ ਕਿ ਅੱਜ ਦਾ ਮਾਡਰਨ ਸਿਆਲਕੋਟ ਹੈ, ਪਾਕਿਸਤਾਨ ਪੰਜਾਬ ਦੇ ਵਿੱਚ। ਇਸ ਤੋਂ ਬਾਅਦ ਹੀ ਜੀ ਜੋ ਮਨਿੰਦਰ ਸੀ ਇਸ ਨੇ ਬੁੱਧੀਜ਼ਮ ਨੂੰ ਅਡਾਪਟ ਕੀਤਾ, ਔਰ ਨਾਗ ਸੇਨਾ ਦੇ ਪ੍ਰਭਾਵ ਹੇਠ ਆ ਕੇ ਮਤਲਬ ਇਸ ਨੇ ਬੁੱਧੀਜ਼ਮ ਨੂੰ ਅਡਾਪਟ ਕੀਤਾ। ਜੋ ਨਾਗ ਸੇਨਾ ਅਤੇ ਮਨਿੰਦਰ ਦੀਆਂ ਜੋ ਗੱਲਬਾਤ ਹੈ, ਜੋ ਕਨਵਰਸੇਸ਼ਨ ਸੀ, ਉਹ ਜੋ ਹੈ ਇੱਕ ਬੁੱਕ ਹੈ ਮਲਿੰਦ ਪਨੋ ਜੋ ਕਿ ਪਾਲੀ ਲੈਂਗੁਏਜ ਦੇ ਵਿੱਚ ਲਿਖੀ ਗਈ ਹੈ, ਉਸ ਦੇ ਵਿੱਚ ਦਰਜ ਹਨ। ਇਸ ਨੂੰ ਦਾ ਕੁਐਸਚਨ ਆਫ ਮਲਿੰਦਾ ਵੀ ਆਖਿਆ ਜਾਂਦਾ ਹੈ। ਤਾਂ ਇੰਡੋ ਗ੍ਰੀਕਸ ਉਹ ਸਨ ਜੋ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ 골ਡ ਕੋਇਨ ਲੈ ਕੇ ਆਏ ਸਨ। ਇਹ ਕੁਐਸਚਨ ਜੋ ਹੈ ਜੀ ਇਹ ਬਾਰ-ਬਾਰ ਪੰਜਾਬ ਦੇ ਜਿੰਨੇ ਵੀ ਐਗਜ਼ਾਮ ਨੇ ਜਾਂ ਸੈਂਟਰ ਦੇ ਐਗਜ਼ਾਮ ਨੇ ਉਹਨਾਂ ਦੇ ਵਿੱਚ ਜੋ ਹੈ ਰਿਪੀਟ ਹੁੰਦਾ ਰਹੇਗਾ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਜੋ 골ਡ ਕੋਇਨ ਸਨ ਉਹ ਕੌਣ ਲੈ ਕੇ ਆਇਆ ਸੀ। ਤਾਂ ਇੰਡੋ ਗ੍ਰੀਕ ਉਹ ਸਨ। ਅਗਲਾ ਵੰਸ਼ ਹੈ ਜੀ ਜੋ ਸੈਂਟਰਲ ਏਸ਼ੀਆ ਦੇ ਵਿੱਚੋਂ ਮੰਨਿਆ ਜਾਂਦਾ ਹੈ ਸ਼ਾਕਾ। ਤਾਂ ਇੰਡੋ ਗ੍ਰੀਕ ਤੋਂ ਬਾਅਦ ਜੋ ਆਏ ਸੀ ਉਹ ਸਾਕਾ ਵੰਸ਼ ਸੀ ਜੀ, ਔਰ ਇਹਨਾਂ ਦਾ ਜੋ ਫੇਮਸ ਰੂਲਰ ਸੀ ਉਹ ਰੁਦਰਦਮਨ I ਸੀ। ਰੁਦਰਦਮਨ I ਦੀਆਂ ਜੋ ਅਚੀਵਮੈਂਟਸ ਨੇ ਉਹ ਜੂਨਾਗੜ੍ਹ ਇਨਸਕ੍ਰਿਪਸ਼ਨ ਜੋ ਕਿ ਗੁਜਰਾਤ ਦੇ ਵਿੱਚ ਸਥਿਤ ਹੈ ਉਸ ਦੇ ਉੱਤੇ ਦਰਜ ਕੀਤੀਆਂ ਗਈਆਂ ਹਨ। ਇਸ ਨੇ ਸੁਦਰਸ਼ਨ ਲੇਕ ਕਾਠੀਆਵਾੜ ਉਸ ਨੂੰ ਰਿਪੇਅਰ ਕਰਵਾਇਆ। ਇਹ ਕਾਠੀਆਵਾੜ ਵੀ ਗੁਜਰਾਤ ਦੇ ਵਿੱਚ ਹੈ। ਇਸ ਤੋਂ ਬਾਅਦ ਇੱਕ ਉਜੈਨ ਦਾ ਰਾਜਾ ਸੀ ਜੀ ਵਿਕਰਮਾਦਿੱਤਿਆ, ਉਸਨੇ ਸਾਕਾਸ ਨੂੰ ਹਰਾ ਦਿੱਤਾ ਸੀ, ਔਰ ਸਾਕਾਸ ਨੂੰ ਹਰਾਉਣ ਦੀ ਖੁਸ਼ੀ ਦੇ ਵਿੱਚ ਉਸਨੇ ਇੱਕ ਵਿਕਰਮ ਸਾਵੰਤ ਜੋ ਐਰਾ ਸੀ ਉਸ ਦੀ ਸ਼ੁਰੂਆਤ ਕੀਤੀ ਜੋ ਕਿ 57 BC ਤੋਂ ਸ਼ੁਰੂ ਕੀਤੀ। ਤੁਸੀਂ ਦੇਖਿਆ ਹੋਵੇਗਾ ਕਿ ਕਈ ਜਗ੍ਹਾ ਲਿਖਿਆ ਹੁੰਦਾ ਹੈ ਕਿ ਵਿਕਰਮ ਸਾਵੰਤ ਜਾਂ ਵਿਕਰਮ ਸਾਲ ਲਿਖਿਆ ਹੁੰਦਾ ਹੈ, ਉਹ 57 BC ਤੋਂ ਸਟਾਰਟ ਹੋਇਆ ਸੀ। ਮਤਲਬ 57 BC ਮਤਲਬ ਉਹਨਾਂ ਦਾ ਇੱਕ ਸਾਲ ਜੋ ਸੀ ਉਹ ਸਟਾਰਟ ਹੋ ਗਿਆ ਸੀ 57 BC ਤੋਂ। ਮਤਲਬ ਜੋ ਅਗਰ ਆਪਾਂ ਅੱਜ ਲਾਵਾਂਗੇ ਕਿ ਵਿਕਰਮ ਜੋ ਵਿਕਰਮ ਸਾਲ ਹੈ ਤਾਂ ਉਹ ਕਿੰਨਵਾਂ ਹੋਏਗਾ, ਤਾਂ 2020 ਦੇ ਵਿੱਚ ਆਪਾਂ 57 ਉਹ ਜੋੜਾਂਗੇ ਤਾਂ ਇਹ 2077 ਜੋ ਹੈ ਅੱਜ ਜੋ ਹੈ ਉਹ ਵਿਕਰਮ ਸਾਲ ਬਣਦਾ ਹੈ। ਠੀਕ ਹੈ ਜੀ। ਨੈਕਸਟ ਆਉਂਦਾ ਹੈ ਜੀ ਪਾਰਥੀਅਨ। ਇਹ ਈਰਾਨ ਤੋਂ ਆਏ ਸਨ ਜੀ, ਔਰ ਇਹਨਾਂ ਦਾ ਜੋ ਫੇਮਸ ਰਾਜਾ ਸੀ ਉਹ ਸੀਗਾ ਗੋਂਡੋਫੈਰਨਸ, ਔਰ ਇਹ ਨਾਰਥ ਵੈਸਟ ਦੇ ਵਿੱਚ ਇੱਕ ਛੋਟੇ ਜਿਹੇ ਏਰੀਏ ਦੇ ਵਿੱਚ ਇਹਨਾਂ ਦਾ ਰਾਜ ਸਥਾਪਿਤ ਸੀ। ਨੈਕਸਟ ਆਉਂਦਾ ਜੀ ਬਹੁਤ ਹੀ ਇੰਪੋਰਟੈਂਟ ਹੈ ਇਹ ਕੁਸ਼ਾਨ ਵੰਸ਼ ਜੀ। ਇਹ ਨਾਰਥ ਸੈਂਟਰਲ ਏਸ਼ੀਆ ਤੋਂ ਆਏ ਸੀਗੇ, ਲਗਭਗ ਚਾਈਨਾ ਦੇ ਕੋਲੋਂ ਆਏ ਸੀ, ਔਰ ਇਹਨਾਂ ਦਾ ਜੋ ਫਾਊਂਡਰ ਸੀ ਉਹ ਕੁਜ਼ਾਲਾ ਕੈਡਫਿਸਿਸ ਸੀ। ਜੋ ਨੈਕਸਟ ਰਾਜਾ ਸੀ ਇਹਨਾਂ ਦਾ ਉਹ ਸੀ ਵਿਮ ਕੈਡਫਿਸਿਸ, ਔਰ ਜੋ ਸਭ ਤੋਂ ਫੇਮਸ ਰਾਜਾ ਸੀ ਜੀ ਕਨਿਸ਼ਕ ਸੀ। ਬਹੁਤ ਹੀ ਇੰਪੋਰਟੈਂਟ ਹੈ ਇਹ, 78 AD ਤੋਂ ਲੈ ਕੇ 101 AD ਤੱਕ ਇਹਦਾ ਜੋ ਸੀ ਰਾਜ ਸੀ। ਇਸ ਨੂੰ ਦੂਸਰਾ ਅਸ਼ੋਕ ਵੀ ਆਖਿਆ ਜਾਂਦਾ ਹੈ ਜੀ। ਇਸ ਨੇ ਆਪਣੀਆਂ ਦੋ ਕੈਪੀਟਲ ਬਣਾਈਆਂ, ਪੁਰਸ਼ਪੁਰ ਅਤੇ ਮਥੁਰਾ। ਪੁਰਸ਼ਪੁਰ ਹੈ ਜੀ ਉਹ ਉਸਨੂੰ ਜੋ ਅੱਜ ਦਾ ਮਾਡਰਨ ਪੇਸ਼ਾਵਰ ਹੈ ਉਸ ਨੂੰ ਪੁਰਸ਼ਪੁਰ ਆਖਿਆ ਜਾਂਦਾ ਹੈ। ਜੋ ਕਨਿਸ਼ਕ ਸੀ ਜੀ ਇਸ ਨੇ ਸਿਲਕ ਰੂਟ ਦੇ ਉੱਤੇ ਜੋ ਸੀ ਆਪਣਾ ਜੋ ਕੰਟਰੋਲ ਸੀ ਉਸ ਨੂੰ ਸਥਾਪਿਤ ਕੀਤਾ ਸੀ। ਨੈਕਸਟ ਆਪਾਂ ਦਿਖਾਵਾਂਗੇ ਕਿ ਸਿਲਕ ਰੂਟ ਜੋ ਹੈ ਉਹ ਕਿੱਥੇ ਹੈ। ਇਹ ਚਾਈਨਾ ਤੋਂ ਲੈ ਕੇ
ਰੋਮਨ ਅੰਪਾਇਰ ਤੱਕ ਸੀ, ਬਹੁਤ ਹੀ ਇੱਕ ਲੰਬਾ ਜੋ ਰੂਟ ਸੀ ਉਹ ਸੀ। ਤਾਂ ਕਨਿਸ਼ਕ ਨੇ ਵੀ ਇੱਕ ਐਰਾ ਸਟਾਰਟ ਕੀਤਾ ਜੀ ਆਪਣਾ 78 ਏਡੀ ਦੇ ਵਿੱਚ, ਜਿਸ ਨੂੰ ਸਾਕਾ ਐਰਾ ਕਿਹਾ ਜਾਂਦਾ, ਔਰ ਇਸ ਨੂੰ ਗਵਰਨਮੈਂਟ ਆਫ ਇੰਡੀਆ ਹੈ ਜੋ ਉਸਨੇ ਅਫੀਸ਼ੀਅਲ ਤੌਰ ਤੇ ਇਸੇ ਨੂੰ ਆਪਣਾ ਜੋ ਹੈ ਕੈਲੰਡਰ ਮੰਨਿਆ ਹੋਇਆ ਹੈ ਸਰਕਾਰੀ। ਮਤਲਬ ਅਗਰ ਆਪਾਂ 78 ਏਡੀ ਦੇ ਵਿੱਚ ਇਹ ਜੋ ਕਨਿਸ਼ਕ ਸੀ ਜੋ ਇਸਨੇ ਸਾਕਾ ਐਰਾ ਸਟਾਰਟ ਕੀਤਾ ਸੀ, ਅਗਰ ਇਸ ਨੂੰ ਆਪਾਂ ਮੰਨੀਏ ਤਾਂ ਅੱਜ ਜੋ ਗਵਰਨਮੈਂਟ ਆਫ ਇੰਡੀਆ ਦੇ ਅਫੀਸ਼ੀਅਲ ਨੋਟਿਸ ਨੇ, ਜੋ ਗਜਟ ਆਉਂਦੇ ਨੇ ਪੰਜਾਬ ਇੰਡੀਅਨ ਗਵਰਨਮੈਂਟ ਦੇ, ਤਾਂ ਉਸ ਦੇ ਵਿੱਚ ਜੋ ਅੱਜ ਦਾ ਜੋ 2020 ਹੈ ਉਸ ਨੂੰ 1942 ਲਿਖਿਆ ਹੋਏਗਾ। ਤੁਸੀਂ ਦੇਖ ਸਕਦੇ ਹੋ ਇਸ ਨੂੰ ਜਾ ਕੇ, ਅਗਰ ਕੋਈ ਵੀ ਗਵਰਨਮੈਂਟ ਦਾ ਤੁਸੀਂ ऑफिशियल नोटिस कोई डाउनलोड करके देखोगे तो उस दे विच जो ऊपर लिखा होएगा साका दा जो साल लिखा होएगा वो 1942 होएगा। नैक्सट आंदा जी, इसने जो चौथी बुद्धिस्ट काउंसिल सी वो करवाई सी कश्मीर दे विच कनिष्क ने। ये तुसी देख सकते हो सिल्क रूट इत्थों चाइना दे विच शुरू हुंदा है, रोमन अंपायर तक जांदा है जी। ये रोमन अंपायर दा एरिया सीगा, इस तक जांदा है। ਤਾਂ ਨੈਕਸਟ ਆਂਦਾ ਜੀ, ਜੋ ਕਨਿਸ਼ਕ ਸੀ इसने ਕੁਝ ਅਜਿਹੇ ਮਤਲਬ ਲੋਕ ਸਨ ਜਿਨ੍ਹਾਂ ਨੂੰ ਆਪਣੇ ਦਰਬਾਰ ਦੇ ਵਿੱਚ ਸਰਪ੍ਰਸਤੀ ਦਿੱਤੀ ਸੀ। ਇਹਨਾਂ ਦੇ ਵਿੱਚ ਜੋ ਸਭ ਤੋਂ ਇੰਪੋਰਟੈਂਟ ਸੀ ਉਹ ਹੈ ਅਸ਼ਵ ਘੋਸ਼, ਜਿਸ ਨੇ ਬੁੱਧ ਚਰਿੱਤਰ ਲਿਖੀ ਅਤੇ ਸੂਤਰ ਅਲੰਕਾਰ ਲਿਖੀ। ਨੈਕਸਟ ਆਉਂਦਾ ਜੀ, ਨਾਗਅਰਜੁਨ ਨੂੰ ਵੀ ਸਰਪ੍ਰਸਤੀ ਦਿੱਤੀ ਸੀ, ਜਿਸ ਨੂੰ ਇੰਡੀਅਨ ਆਇਨਸਟਾਈਨ ਵੀ ਆਖਿਆ ਜਾਂਦਾ ਹੈ, ਔਰ ਇਸਨੇ ਮੱਧਿਅਮਿਕ ਸੂਤਰ ਲਿਖੀ ਸੀ। ਵਸੂਮਿਤਰਾ ਨੂੰ ਵੀ ਸਰਪ੍ਰਸਤੀ ਦਿੱਤੀ ਸੀ, ਜੋ ਕਿ ਚੌਥੀ ਬੁੱਧਿਸਟ ਕਾਉਂਸਲ ਦਾ ਚੇਅਰਮੈਨ ਰਿਹਾ ਜੀ। ਚਰਕ ਜੋ ਕਿ ਇੱਕ ਫਿਜ਼ੀਸ਼ੀਅਨ ਸੀ, ਇਸਨੇ ਸਸਵਰਤਾ ਲਿਖੀ ਸੀ। ਔਰ ਜੋ ਕੁਸ਼ਾਨ ਦਾ ਆਖਰੀ ਰਾਜਾ ਸੀ ਉਹ ਵਾਸੂਦੇਵਾ ਵਨ ਸੀ। ਨੈਕਸਟ ਆਂਦਾ ਜੀ, ਹੁਣ ਜੋ ਨੇਟਿਵ ਸਟੇਟ ਸੀਗੀਆਂ ਮੌਰੀਆ ਅੰਪਾਇਰ ਦੇ ਖਤਮ ਹੋਣ ਤੋਂ ਬਾਅਦ, ਜਿਨ੍ਹਾਂ ਨੇ ਜੋ ਹੈ ਭਾਰਤ ਦੇ ਕੁਝ ਏਰੀਏ ਦੇ ਉੱਤੇ ਰਾਜ ਕੀਤਾ। ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਂਦਾ ਜੀ ਸੰਗਾ ਵੰਸ਼, ਜੋ ਮੌਰੀਆ ਦਾ ਆਖਰੀ ਰਾਜਾ ਸੀ, ਉਸ ਨੂੰ ਸੰਗਾ ਵੰਸ਼ ਦੇ ਪੁਸ਼ਯਮਿਤਰਾ ਨੇ ਜੋ ਸੀ ਮਾਰਿਆ ਸੀ। ਤਾਂ ਇਸਨੇ ਜੋ ਸੀ 2 ਅਸ਼ਵਮੇਘ ਸੀ ਜੋ ਉਹਨਾਂ ਨੂੰ ਜਿਸ ਪਰਫਾਰਮ ਕੀਤਾ ਸੀ। ਭਾਗਵਦਰ ਸੀ ਇਹਨਾਂ ਦਾ ਜੀ, ਉਹ 5ਵਾਂ ਰਾਜਾ ਸੀ। ਇਸ ਦੇ ਦੌਰਾਨ ਸੀ ਜੋ ਹੈਲੀਓਡੋਰਸ ਨਾਮ ਦਾ ਇੱਕ ਗ੍ਰੀਕ ਐਂਬੈਸਡਰ ਸੀ, ਉਹ ਇਹਦੇ ਦਰਬਾਰ ਦੇ ਵਿੱਚ ਆਇਆ ਸੀ। ਤਾਂ ਇਸ ਤੋਂ ਇਲਾਵਾ ਜੀ ਇੱਕ ਨੈਕਸਟ ਵੰਸ਼ ਆਂਦਾ, ਉਹ ਸੀ ਕਾਨਵ ਵੰਸ਼, ਜਿਸ ਦਾ ਜੋ ਫਾਊਂਡਰ ਸੀ ਉਹ ਵਾਸੂਦੇਵਾ ਸੀ, ਜਿਸ ਨੇ ਸੰਗਾ ਵੰਸ਼ ਦੇ ਆਖਰੀ ਰਾਜੇ ਦੇਵਭੂਤੀ ਨੂੰ ਮਾਰਿਆ ਸੀ। ਨੈਕਸਟ ਆਉਂਦੇ ਨੇ ਸ਼ੇਡੀਜ਼ ਆਫ ਕਲਿੰਗਾ। ਕਲਿੰਗਾ ਜੋ ਹੈ ਉਹ ਉੜੀਸਾ ਦਾ ਪੁਰਾਣਾ ਨਾਮ ਸੀ ਜੀ, ਔਰ ਇਹਨਾਂ ਦਾ ਸਭ ਤੋਂ ਫੇਮਸ ਕਿੰਗ ਸੀ ਜੀ ਉਹ ਸੀ ਖਾਰਵੇਲਾ, ਔਰ ਜੋ ਇਹ ਸਨ ਇਹ ਜੈਨਿਜ਼ਮ ਦੇ ਫਾਲੋਅਰ ਸਨ, ਮਤਲਬ ਜੈਨਿਜ਼ਮ ਧਰਮ ਨੂੰ ਮੰਨਦੇ ਸਨ। ਨੈਕਸਟ ਆਉਂਦਾ ਜੀ ਸਾਤਵਾਨ ਆਂਧਰਾਜ਼ ਵੀ ਕਿਹਾ ਜਾਂਦਾ ਹੈ, ਬਹੁਤ ਹੀ ਇੰਪੋਰਟੈਂਟ ਹੈ ਇਹ। ਇਹਨਾਂ ਦਾ ਜੋ ਫਾਊਂਡਰ ਸੀ ਉਹ ਸਿਮੂਕਾ ਸੀ, ਔਰ ਇਹਨਾਂ ਦਾ ਜੋ ਸਭ ਤੋਂ ਮਹਾਨ ਰਾਜਾ ਸੀ ਉਹ ਗੌਤਮੀ ਪੁੱਤਰਾ ਸਤਾਕਰਨੀ ਸੀ, ਔਰ ਇਹਨਾਂ ਦੀ ਜੋ ਕੈਪੀਟਲ ਸੀ ਉਹ ਪੈਥਾਨ ਸੀ, ਜੋ ਕਿ ਗੋਦਾਵਰੀ ਰਿਵਰ ਦੇ ਕੰਢੇ ਸੀ। ਨੈਕਸਟ ਆਂਦਾ ਜੀ ਸੰਗਮੇਜ। ਹੁਣ ਜੋ ਸੰਗਮੇਜ ਹੈ ਇਹ ਬਿਲਕੁਲ ਜੋ ਸਾਊਥ ਇੰਡੀਆ ਦਾ ਜੋ ਪੋਰਸ਼ਨ ਸੀ ਉੱਥੇ ਸੀ ਇਹਨਾਂ ਦਾ ਜੋ ਰਾਜ ਸਥਾਪਿਤ ਸੀ। ਇਹ ਬਿਲਕੁਲ ਸਾਊਥ ਇੰਡੀਆ ਦੇ ਵਿੱਚ ਇਹਨਾਂ ਦੇ ਵੰਸ਼ ਸੀ ਉਹ ਸਥਾਪਿਤ ਸੀਗੇ। ਇਹ 3 ਸੀ, ਇਹਨਾਂ ਦੇ ਵਿੱਚ ਜੋ ਸਭ ਤੋਂ ਪਹਿਲੇ ਉਹ ਪਾਂਡਿਆਸ ਨੇ, ਬਿਲਕੁਲ ਸਾਊਥਰਨ ਮੋਸਟ ਮਤਲਬ ਭਾਰਤ ਦੀ ਬਿਲਕੁਲ ਜੋ ਸਾਊਥ ਹੈ ਉਸ ਏਰੀਏ ਦੇ ਵਿੱਚ ਜੋ ਇਹਨਾਂ ਦਾ ਕਬਜ਼ਾ ਸੀ। ਇਹਨਾਂ ਦੀ ਕੈਪੀਟਲ ਸੀ ਜੀ ਮਦੁਰਾਈ, ਤਾਮਿਲਨਾਡੂ ਦੇ ਵਿੱਚ ਹੈ। ਔਰ ਇਹਨਾਂ ਦਾ ਜੋ ਸਭ ਤੋਂ ਪਹਿਲਾਂ ਜ਼ਿਕਰ ਸੀ ਪਾਂਡਿਆਸ ਦਾ ਉਹ ਮੈਗਸਥਨੀਜ਼ ਨੇ ਕੀਤਾ ਸੀਗਾ, ਕਿ ਇਹ ਜੋ ਰਾਜ ਸੀ ਇਹ ਇੱਕ ਮੋਤੀਆਂ ਦਾ ਰਾਜ ਸੀ, ਔਰ ਇਸ ਨੂੰ ਜੋ ਰਾਜ ਦੀ ਜੋ ਮਤਲਬ ਚਲਾਉਂਦੀ ਸੀ ਉਹ ਇੱਕ ਔਰਤ ਸੀ। ਇਹ ਜੋ ਪਾਂਡਿਆ ਸਨ ਇਹ ਰੋਮਨ ਨਾਲ ਵਪਾਰ ਕਰਦੇ ਸਨ, ਰੋਮਨ ਅੰਪਾਇਰ, ਔਰ ਇਹਨਾਂ ਦਾ ਜੋ ਸਭ ਤੋਂ ਸ਼ੁਰੂਆਤੀ ਰਾਜਾ ਸੀ ਉਹ ਮੁਦੁਕਦਮੀ ਸੀ। ਨੈਕਸਟ ਆਉਂਦਾ ਜੀ ਸੰਗਮੇਜ ਦੇ ਵਿੱਚ ਚੋਲਾਸ। ਇਹਨਾਂ ਦਾ ਜੋ ਫੇਮਸ ਕਿੰਗ ਸੀ ਉਹ ਕਰੀਕਲਾ ਸੀ, ਔਰ ਇਹਨਾਂ ਦੀ ਕੈਪੀਟਲ ਸੀ ਉਹ ਅਰਿਆਰ ਸੀ। ਔਰ ਜੋ ਅਰਿਆਰ ਸੀ ਇਹ ਕਾਟਨ ਵਾਸਤੇ ਫੇਮਸ ਮੰਨਿਆ ਜਾਂਦਾ ਜੀ। ਔਰ ਚੋਲਾ ਦਾ ਇੱਕ ਜੋ ਰਾਜਾ ਸੀ ਜਿਸ ਦਾ ਨਾਮ ਸੀ ਅਲਾਰਾ, ਇਸਨੇ ਸ਼੍ਰੀਲੰਕਾ ਦੇ ਉੱਤੇ ਕਬਜ਼ਾ ਕਰਕੇ ਉਸ ਦੇ ਉੱਤੇ 50 ਸਾਲ ਲਗਭਗ ਜੋ ਹੈ ਰਾਜ ਕੀਤਾ ਸੀ। ਇਸ ਤੋਂ ਬਾਅਦ ਅਗਲਾ ਵੰਸ਼ ਆਉਂਦਾ ਜੀ ਚੇਰਾਸ, ਔਰ ਜੋ ਇਹਨਾਂ ਦਾ ਸਭ ਤੋਂ ਮਹਾਨ ਰਾਜਾ ਸੀ ਉਹ ਸੀਗਾ ਜੀ ਸੈਂਕਟੂਵਨ,
ਜੋ ਚੇਰਾਸ ਦੀ ਕੈਪੀਟਲ ਸੀ ਉਹ ਵੰਜੀ ਸੀ ਜੀ, ਔਰ ਇਹ ਵੀ ਰੋਮਨ ਅੰਪਾਇਰ ਨਾਲ ਵਪਾਰ ਕਰਦੇ ਸਨ। ਹੁਣ ਕੁਝ ਜੋ ਇਹਨਾਂ ਤਿੰਨਾਂ ਕਿੰਗਡਮਸ ਨੇ ਜੋ ਮਤਲਬ ਹਿਸਟਰੀ ਦੇ ਵਿੱਚ ਜੋ ਕੁਝ ਦਿੱਤਾ ਉਹਨਾਂ ਦੀ ਗੱਲ ਕਰਾਂਗੇ, ਜੋ ਕਾਫੀ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਇਲੈਨੋ ਅਡੀਗਲ ਹੈ ਜੀ, ਜਿਸ ਨੇ ਸਿਲਾਪਦੀਕਰਮ ਲਿਖੀ ਸੀ। ਇਹ ਇੱਕ ਜੋ ਮੈਰਿਡ ਕਪਲ ਹੈ ਉਸ ਦੀ ਇੱਕ ਸਟੋਰੀ ਹੁੰਦੀ ਹੈ, ਉਸਨੂੰ ਜੋ ਹੈ ਇਸ ਬੁੱਕ ਦੇ ਵਿੱਚ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਜੋ ਤ੍ਰੀਵੈਲੋਰ ਹੈ, ਇਸਨੇ ਕਰੂਲ, ਬਹੁਤ ਹੀ ਇੰਪੋਰਟੈਂਟ ਹੈ ਜੀ ਇਹ, ਕਰੂਲ ਹੈ ਜੋ ਉਸ ਦੀ ਰਚਨਾ ਕੀਤੀ। ਇਸ ਨੂੰ ਪੰਜਵਾਂ ਵੇਦ ਮੰਨਿਆ ਜਾਂਦਾ ਹੈ ਜੀ, ਔਰ ਇਸ ਨੂੰ ਬਾਈਬਲ ਆਫ ਤਮਿਲਲੈਂਡ ਵੀ ਆਖਿਆ ਜਾਂਦਾ ਹੈ ਕਰੂਲ ਨੂੰ। ਇਹ ਬਹੁਤ ਹੀ ਇੰਪੋਰਟੈਂਟ ਹੈ ਜੀ, ਯਾਦ ਰੱਖਿਓ ਤੁਸੀਂ। ਤਾਂ ਐਗਰੀਕਲਚਰ ਲੇਬਰ ਸੀ ਜੋ ਉਸ ਨੂੰ ਪਰਿਆ ਰੱਖਿਆ ਜਾਂਦਾ ਸੀ, ਔਰ ਜੋ ਲੋਕਲ ਗੋਡ ਸੀ ਉਸ ਸਮੇਂ ਉਸ ਨੂੰ ਮੁਰਗਨ ਆਖਿਆ ਜਾਂਦਾ ਸੀ। ਨੈਕਸਟ ਆਉਂਦਾ ਜੀ ਗੁਪਤਾ ਵੰਸ਼ ਦੀ ਗੱਲ ਕਰਾਂਗੇ ਜੀ ਆਪਾਂ, ਬਹੁਤ ਹੀ ਇੰਪੋਰਟੈਂਟ ਹੈ ਜੀ। ਗੁਪਤਾ ਵੰਸ਼ ਦੇ ਵਿੱਚ ਜੋ ਇਸ ਨੂੰ ਮੰਨਿਆ ਜਾਂਦਾ ਹੈ ਹਿੰਦੂਇਜ਼ਮ ਦਾ 골ਡਨ ਪੀਰੀਅਡ ਮੰਨਿਆ ਜਾਂਦਾ ਹੈ। ਇਹ ਜੋ ਸਨ ਇਹ ਵੈਸ਼ਿਆ ਕਾਸਟ ਨਾਲ ਬਿਲੋਂਗ ਕਰਦੇ ਸਨ, ਔਰ ਇਹਨਾਂ ਦਾ ਜੋ ਫਾਊਂਡਰ ਸੀਗਾ ਉਹ ਸ਼੍ਰੀ ਗੁਪਤਾ ਸੀ। ਔਰ ਇਸ ਤੋਂ ਸ਼੍ਰੀ ਗੁਪਤਾ ਤੋਂ ਬਾਅਦ ਜੋ ਅਗਲਾ ਰਾਜਾ ਸੀ ਉਹ ਸੀ ਜੀ ਘੈਟੋਕਚਾ। ਔਰ ਇਸ ਤੋਂ ਬਾਅਦ ਜੋ ਅਗਲਾ ਰਾਜਾ ਆਉਂਦਾ ਜੀ ਬਹੁਤ ਹੀ ਇੰਪੋਰਟੈਂਟ, ਚੰਦਰਗੁਪਤ I। ਗੁਪਤਾ ਵੰਸ਼ ਦਾ ਜੋ ਨੈਕਸਟ ਰਾਜਾ ਹੈ ਉਹ ਹੈ ਚੰਦਰਗੁਪਤ I। 319 AD ਤੋਂ ਲੈ ਕੇ 335 AD ਤੱਕ ਇਸਨੇ ਆਪਣਾ ਰਾਜ ਕੀਤਾ, ਔਰ ਇਹ ਬਹੁਤ ਹੀ ਇੰਪੋਰਟੈਂਟ ਕਿੰਗ ਸੀ ਗੁਪਤਾ ਵੰਸ਼ ਦਾ। ਇਸਨੇ ਕੁਮਾਰ ਦੇਵੀ ਨਾਲ ਵਿਆਹ ਕਰਵਾਇਆ ਸੀ ਜੋ ਕਿ ਲਿच्छਵੀ ਕਬੀਲੇ ਦੀ ਸੀ, ਔਰ ਇਸਨੇ ਜੋ ਟਾਈਟਲ ਮਿਲਿਆ ਇਸਨੂੰ ਉਹ ਸੀ ਮਹਾਰਾਜਾਧੀਰਾਜ। ਚੰਦਰਗੁਪਤ I ਨੇ ਆਪਣੇ ਅਤੇ ਆਪਣੀ ਰਾਣੀ ਦੇ ਨਾਮ ਤੇ 골ਡ ਦੇ ਸਿੱਕੇ ਚਲਵਾਏ। ਨੈਕਸਟ ਆਉਂਦਾ ਜੀ ਸਮੁਦਰਗੁਪਤ। ਇਹ ਚੰਦਰਗੁਪਤ I ਦਾ ਬੇਟਾ ਸੀ, ਔਰ ਇਸ ਨੂੰ ਲਿच्छਵੀ ਦੋਤਾ ਵੀ ਆਖਿਆ ਜਾਂਦਾ। ਹੁਣ ਲਿच्छਵੀ ਦੋਤਾ ਇਸ ਤੋਂ ਪਹਿਲਾਂ ਵੀ ਇੱਕ ਸੀ, ਉਹ ਆਪਾਂ ਪੜ੍ਹ ਚੁੱਕੇ ਹਾਂ ਜੀ, ਮਹਾਵੀਰ ਜੈਨ ਨੂੰ ਹੈ ਜੋ ਉਹ ਲਿच्छਵੀ ਦੋਤਾ ਆਖਿਆ ਜਾਂਦਾ। ਨੈਕਸਟ ਆਉਂਦਾ ਜੀ ਇਸ ਦੇ ਕੋਰਟ ਦੇ ਵਿੱਚ ਇੱਕ ਪੋਇਟ ਸੀ ਹਰੀ ਸੈਨ, ਜਿਸ ਦਾ ਨਾਮ ਸੀ। ਉਸਨੇ ਇਸ ਦੀਆਂ ਜੋ ਵੀ ਇਸਨੇ ਮਤਲਬ ਜਿੱਥੇ ਇੱਥੇ ਆਪਣਾ ਰਾਜ ਸਥਾਪਿਤ ਕੀਤਾ, ਇਸ ਦੀਆਂ ਜੋ ਲੜਾਈਆਂ ਸੀ ਔਰ ਜਿੱਥੇ ਜਿੱਥੇ ਇਸਨੇ ਆਪਣਾ ਰਾਜ ਸਥਾਪਿਤ ਕੀਤਾ, ਉਸ ਦਾ ਜ਼ਿਕਰ ਪ੍ਰਯਾਗ ਪ੍ਰਸਤੀ ਦੇ ਵਿੱਚ ਇੱਕ ਪ੍ਰਯਾਗ ਪ੍ਰਸਤੀ ਪਿੱਲਰ ਤੇ ਜੋ ਕਿ ਇਲਾਹਾਬਾਦ ਦੇ ਵਿੱਚ ਸਥਿਤ ਹੈ, ਉੱਥੇ ਇਸ ਦਾ ਜੋ ਹੈ ਜ਼ਿਕਰ ਕੀਤਾ ਗਿਆ ਹੈ। VA ਸਮਿਥ ਨਾਮ ਦਾ ਇੱਕ ਆਦਮੀ ਸੀ, ਉਸਨੇ ਇਸ ਨੂੰ ਨੈਪੋਲੀਅਨ ਆਫ ਇੰਡੀਆ ਆਖਿਆ ਹੈ ਸਮੁਦਰਗੁਪਤ ਨੂੰ। ਉਸ ਸਮੇਂ ਸਿੱਕਿਆਂ ਦੇ ਉੱਤੇ ਇਸ ਨੂੰ ਵੀਣਾ ਵਜਾਉਂਦੇ ਦਿਖਾਇਆ ਗਿਆ ਹੈ। ਪਿੱਛੇ ਇੱਕ ਕਾਫੀ ਸਮਾਂ ਪਹਿਲਾਂ ਇੱਕ ਪੰਜਾਬ ਦੇ ਵਿੱਚ ਐਗਜ਼ਾਮ ਹੋਇਆ ਸੀ, ਜਿਸ ਦੇ ਵਿੱਚ ਪੁੱਛਿਆ ਗਿਆ ਸੀ ਕਿ ਸਭ ਤੋਂ ਜੋ ਪੁਰਾਣਾ ਇੰਸਟਰੂਮੈਂਟ ਹੈ, ਜੋ ਮਿਊਜ਼ੀਕਲ ਇੰਸਟਰੂਮੈਂਟ ਹੈ ਉਹ ਕਿਹੜਾ ਹੈ, ਤਾਂ ਉਹ ਵੀਣਾ ਹੈ। ਮਤਲਬ ਵੀਣਾ ਹੈ ਜੋ ਸਭ ਤੋਂ ਪਹਿਲਾਂ ਹੈ ਉਹ ਸਮੁਦਰਗੁਪਤ ਦੇ ਸਮੇਂ ਦੇ ਵਿੱਚ ਸਮੁਦਰਗੁਪਤ ਨੂੰ ਹੀ ਸਿੱਕਿਆਂ ਦੇ ਉੱਪਰ ਵਜਾਉਂਦੇ ਦਿਖਾਇਆ ਗਿਆ। ਹੁਣ ਇਸ ਨੂੰ ਜੋ ਕੁਝ ਟਾਈਟਲ ਮਿਲੇ ਸੀ, ਕਵੀਰਾਜ, ਵਿਕਰਮਾਂਕਾ ਵੀ ਆਖਿਆ ਜਾਂਦਾ ਹੈ ਇਸ ਨੂੰ। ਸ਼੍ਰੀਲੰਕਾ ਦਾ ਇੱਕ ਰਾਜਾ ਸੀ ਜੀ ਮੇਘਵਰਮਨ, ਉਹ ਇਸ ਦੇ ਦਰਬਾਰ ਦੇ ਵਿੱਚ ਆਇਆ ਸੀ, ਜਿਸ ਨੇ ਕਿ ਗਿਆ ਜਿੱਥੇ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ, ਉੱਥੇ ਇੱਕ ਬੁੱਧਿਸਟ ਟੈਂਪਲ ਬਣਾਉਣ ਦੇ ਲਈ ਇੱਕ ਰਿਕੁਐਸਟ ਕੀਤੀ ਸੀ, ਪਰਮਿਸ਼ਨ ਲੈਣ ਦੇ ਲਈ ਆਇਆ ਸੀ, ਤਾਂ ਇਸਨੇ ਉਹ ਪਰਮਿਸ਼ਨ ਦੇ ਦਿੱਤੀ। ਇਸਨੇ ਅਸ਼ਵਮੇਘ ਹੈ ਜੋ ਉਸਦੀ ਵੀ ਪਰਫਾਰਮੈਂਸ ਜੋ ਹੈ ਦਿੱਤੀ। ਨੈਕਸਟ ਆਉਂਦਾ ਜੀ ਚੰਦਰਗੁਪਤ II, ਬਹੁਤ ਹੀ ਇੰਪੋਰਟੈਂਟ ਹੈ ਜੀ। ਹੁਣ ਸਮੁਦਰਗੁਪਤ ਤੋਂ ਬਾਅਦ ਜੋ ਅਗਲਾ ਰਾਜਾ ਬਣਿਆ ਸੀ ਜੀ, ਉਹ ਅਸਲ ਦੇ ਵਿੱਚ ਬਣਿਆ ਤਾਂ ਰਾਮਗੁਪਤ ਸੀ, ਬਟ ਰਾਮਗੁਪਤ ਨੂੰ ਮਾਰ ਕੇ ਚੰਦਰਗੁਪਤ II ਹੈ ਜੋ ਉਹ ਅਗਲਾ ਰਾਜਾ ਬਣ ਗਿਆ। ਹੁਣ ਇਸ ਦਾ ਜੋ ਜ਼ਿਕਰ ਹੈ ਉਹ ਵਿਸ਼ਾਖਾ ਦੱਤ ਦੀ ਜੋ ਬੁੱਕ ਹੈ ਦੇਵੀ ਚੰਦਰਗੁਪਤਮ, ਉਸ ਦੇ ਵਿੱਚ ਜੋ ਹੈ ਇਸ ਦਾ ਜ਼ਿਕਰ ਕੀਤਾ ਹੈ ਕਿ ਜੋ ਚੰਦਰਗੁਪਤ II ਹੈ ਉਹ ਰਾਮਗੁਪਤ ਨੂੰ ਮਾਰ ਕੇ ਜੋ ਹੈ ਉਹ ਰਾਜਾ ਬਣਿਆ। ਤਾਂ ਚੰਦਰਗੁਪਤ II ਨੇ ਰਾਮਗੁਪਤ ਨੂੰ ਮਾਰ ਕੇ ਜੋ ਉਸ ਦੀ ਰਾਣੀ ਸੀ ਧਰੁਵ ਦੇਵੀ, ਉਸ ਦੇ ਨਾਲ ਵਿਆਹ ਕਰਵਾ ਲਿਆ। ਤਾਂ ਇਸਨੇ ਜੋ ਹੈ ਮੈਟਰੀਮੋਨੀਅਲ ਅਲਾਇੰਸ ਕੀਤਾ ਨਾਗਾਜ਼ ਨਾਲ, ਔਰ ਇਸ ਨੂੰ ਜੋ ਟਾਈਟਲ ਹੈ ਦੇਵਗੁਪਤ, ਦੇਵ ਰਾਜਾ ਔਰ ਪਰਮ ਭਗਵਤ, ਇਸ ਦੇ ਟਾਈਟਲ ਮਿਲੇ ਇਸ ਨੂੰ। ਇਸ ਨੂੰ ਵਿਕਰਮਾਦਿੱਤਿਆ ਦਾ ਟਾਈਟਲ ਮਿਲਿਆ, ਜੋ ਕਿ ਇਸਨੇ ਰੁਦਰਸੀਮਾ III ਨੂੰ ਹਰਾ ਕੇ ਪ੍ਰਾਪਤ ਕੀਤਾ। ਇਹ ਉਹ ਪਹਿਲਾ ਰਾਜਾ ਸੀ ਜਿਸ ਨੇ ਸਿਲਵਰ ਕੁਆਇਨ, ਜਿਨ੍ਹਾਂ ਨੂੰ ਰੁਪਿਆਕਾ ਆਖਿਆ ਜਾਂਦਾ ਸੀ, ਉਹ ਸਟਾਰਟ ਕੀਤੇ। ਤਾਂ
ਕੁਤਬ ਮੀਨਾਰ ਦੇ ਕੋਲ ਇਸ ਦਿੱਲੀ ਦੇ ਵਿੱਚ ਇਸਨੇ ਇੱਕ ਮਹਿਰੂਲੀ ਆਇਰਨ ਪਿੱਲਰ, ਇੱਕ ਆਇਰਨ ਦਾ ਇੱਕ ਰੋਡ ਜੋ ਇੱਕ ਕਾਫੀ ਉੱਚੀ ਇੱਕ ਪਾਈਪ ਹੈ ਜੋ ਉਹ ਲਗਵਾਈ, ਜਿਸ ਨੂੰ ਮਹਿਰੂਨੀ ਆਇਰਨ ਪਿੱਲਰ ਆਖਿਆ ਜਾਂਦਾ ਹੈ। ਚਾਈਨੀਜ਼ ਟਰੈਵਲਰ ਫਾਈਆਨ ਇਸ ਦੇ ਦਰਬਾਰ ਦੇ ਵਿੱਚ ਆਇਆ। ਹੁਣ ਅਕਬਰ ਦੇ ਦਰਬਾਰ ਦੇ ਵਿੱਚ 9 ਨਵਰਤਨ ਸਨ, ਜਿਨ੍ਹਾਂ ਦੇ ਵਿੱਚ ਅਮਰਸਿਮਾ, ਧਨਵੰਤਰੀ, ਹਰੀਸੇਨ, ਕਾਲੀਦਾਸ, ਕਹਾਪੱਕਾ, ਸ਼ੰਕੂ, ਵਰਾਮੀਰਾ, ਵਰਾਉਚੀ ਔਰ ਵਤਲ ਭੱਤਾ, ਇਹ ਜੋ ਸਨ ਇਹ 9 ਨਵਰਤਨ ਸਨ ਜੋ ਅਕਬਰ ਦੇ ਦਰਬਾਰ ਦੇ ਵਿੱਚ ਸਨ। ਨੈਕਸਟ ਆਉਂਦਾ ਜੀ ਕੁਮਾਰਗੁਪਤ। ਇਸ ਦੇ ਜੋ ਸਭ ਤੋਂ ਇੰਪੋਰਟੈਂਟ ਹੈ ਕੁਮਾਰਗੁਪਤ ਦਾ ਜੋ ਕੁਐਸਚਨ ਅਕਸਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ, ਨਾਲੰਦਾ ਯੂਨੀਵਰਸਿਟੀ। ਨਾਲੰਦਾ ਯੂਨੀਵਰਸਿਟੀ ਸੀ ਉਹ ਕੁਮਾਰਗੁਪਤ ਦੇ ਸਮੇਂ ਦੇ ਵਿੱਚ ਬਣਾਈ ਗਈ ਸੀ। ਇਸ ਦਾ ਫਾਊਂਡਰ ਹੈ ਜੋ ਕੁਮਾਰਗੁਪਤ ਨੂੰ ਮੰਨਿਆ ਜਾਂਦਾ ਹੈ, ਔਰ ਇਸ ਨੂੰ ਜੋ ਟਾਈਟਲ ਮਿਲਿਆ ਉਹ ਮਹਿੰਦਰਾ ਦਿੱਤਿਆ ਦਾ ਟਾਈਟਲ ਮਿਲਿਆ। ਇਹ ਕਾਰਤਿਕੇ ਦਾ ਭਗਤ ਸੀ ਜੀ ਕੁਮਾਰਗੁਪਤ, ਔਰ ਇਸ ਦੇ ਜੋ ਆਖਰੀ ਸਮੇਂ ਦੇ ਵਿੱਚ ਹੁਨਾਜ਼ ਨਾਮ ਦਾ ਇੱਕ ਵੰਸ਼ ਸੀ, ਉਸਨੇ ਗੁਪਤਾ ਵੰਸ਼ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਕੀ ਹੋਇਆ ਕਿ ਜੋ ਗੁਪਤ ਵੰਸ਼ ਸੀ ਉਹ ਕਾਫੀ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ, ਤਾਂ ਹੁਨਾਜ਼ ਨਾਲ ਲੜਦੇ ਲੜਦੇ ਇਸ ਦੀ ਮੌਤ ਹੋ ਗਈ। ਤਾਂ ਇਸ ਤੋਂ ਬਾਅਦ ਜੀ ਆਖਰੀ ਰਾਜਾ ਜੋ ਬਣਿਆ ਉਹ ਸੀ ਸਕੰਦਗੁਪਤ। ਇਹ ਵੀ ਹੁਨਾਜ਼ ਨਾਲ ਇਸਨੇ ਕਾਫੀ ਇਫੈਕਟਿਵਲੀ ਉਹਨਾਂ ਦਾ ਮਤਲਬ ਜੋ ਸੀ ਸਾਹਮਣਾ ਕੀਤਾ, ਬਟ ਕਾਫੀ ਸਮਾਂ ਲੜਨ ਤੋਂ ਬਾਅਦ ਇਹਦੀ ਵੀ ਕੀ ਹੋ ਗਈ, ਮੌਤ ਹੋ ਗਈ। ਤਾਂ ਜਿੰਨਾ ਵੀ ਰਾਜ ਸੀ ਉਹ ਕਾਫੀ ਛੋਟੇ ਛੋਟੇ ਜੋ ਉਸ ਸਮੇਂ ਫੈਡਰੇਟਰੀਜ਼ ਮਤਲਬ ਸਾਮੰਤਵਾਦੀ ਸਨ, ਉਹਨਾਂ ਦੇ ਹੱਥ ਦੇ ਵਿੱਚ ਆ ਗਿਆ। ਤਾਂ ਜੋ ਹੁਨਾਜ਼ ਸਨ ਉਹਨਾਂ ਦਾ ਜੋ ਸਭ ਤੋਂ ਫੇਮਸ ਕਿੰਗ ਸੀ ਉਹ ਮਿਰਕੁਲਾ ਸੀ। ਹੁਣ ਆਉਂਦਾ ਜੀ ਗੁਪਤਾ ਐਡਮਿਨਿਸਟ੍ਰੇਸ਼ਨ, ਬਹੁਤ ਹੀ ਇੰਪੋਰਟੈਂਟ ਹੈ। ਗੁਪਤਾ ਐਡਮਿਨਿਸਟ੍ਰੇਸ਼ਨ ਦੀ ਜੋ ਹੈ ਹਿਸਟਰੀ ਦੇ ਵਿੱਚ ਬਹੁਤ ਜ਼ਿਆਦਾ ਦੇਣ ਹੈ, ਔਰ ਇਸ ਦੇ ਵਿੱਚੋਂ ਬਹੁਤ ਕੁਐਸਚਨ ਨੇ ਜੋ ਉਹ ਪੇਪਰ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਹੁਣ ਗੁਪਤਾ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਾਂਗੇ ਜੀ, ਤਾਂ ਜੋ ਇਹ ਆਫੀਸਰਸ ਸਨ ਉਹਨਾਂ ਨੂੰ ਕੁਮਾਰਮਾਤਿਆ ਆਖਿਆ ਜਾਂਦਾ ਸੀ। ਇਹਨਾਂ ਨੇ ਕਾਫੀ ਜੋ ਮਾਤਰਾ ਦੇ ਵਿੱਚ 골ਡ ਕੁਆਇਨ ਸੀਗੇ ਉਹ ਇਸ਼ੂ ਕੀਤੇ ਸੀ, ਜਿਨ੍ਹਾਂ ਨੂੰ ਦਿਨਾਰ ਆਖਿਆ ਜਾਂਦਾ ਸੀ। ਸਿਲਵਰ ਕੁਆਇਨ ਇਸ਼ੂ ਕੀਤੇ ਜੀ, ਜਿਨ੍ਹਾਂ ਨੂੰ ਰੁਪਿਆਕਸ ਆਖਿਆ ਜਾਂਦਾ ਸੀ। ਇਸ ਤੋਂ ਬਾਅਦ ਜੋ ਕਾਸਟ ਸੀਗੀਆਂ ਉਹਨਾਂ ਨੂੰ ਅੱਗੇ ਹੋਰ ਕਾਸਟ ਦੇ ਵਿੱਚ, ਸਬ ਕਾਸਟ ਜਿਸ ਨੂੰ ਕਹਿੰਦੇ ਆਪਾਂ, ਉਸ ਦੇ ਵਿੱਚ ਡਿਵਾਈਡ ਕੀਤਾ। ਫੋਰਸਡ ਲੇਬਰ ਜਿਸ ਨੂੰ ਵਿਸਟੀ ਆਖਿਆ ਜਾਂਦਾ ਸੀ, ਉਹ ਵੀ ਉਸ ਸਮੇਂ ਜੋ ਉਹ ਹੁੰਦੀ ਸੀ। ਔਰ ਉਸ ਸਮੇਂ ਪਹਿਲੀ ਵਾਰ ਜੋ ਹੈ ਇੱਕ ਸਤੀ ਦਾ ਜੋ ਹੈ ਇੱਕ ਸਬੂਤ ਮਿਲਿਆ। ਈਰਾਨ ਇਨਸਕ੍ਰਿਪਸ਼ਨ ਦੇ ਵਿੱਚ ਜੋ ਹੈ ਇਸ ਦਾ ਜ਼ਿਕਰ ਹੈ ਕਿ ਉਸ ਸਮੇਂ ਜੋ ਹੈ ਸਤੀ ਹੈ ਜੋ ਉਹ ਹੁੰਦੀ ਸੀ। ਨਾਲੰਦਾ ਯੂਨੀਵਰਸਿਟੀ ਹੈ ਜੀ ਇਹ ਵੀ ਗੁਪਤਾ ਅੰਪਾਇਰ ਦੀ ਦੇਣ ਹੈ, ਜਿੱਥੇ ਕੀ ਹੈ ਉਹ ਬੁੱਧਿਸਟ ਦੀ ਸਟੱਡੀ ਦੇ ਲਈ ਉਹ ਬਣਾਈ ਗਈ ਸੀ। ਭਗਵਤ ਗੀਤਾ ਵੀ ਜੋ ਹੈ ਬੁੱਧਿਜ਼ਮ ਦੀ ਆਪਣੇ ਗੁਪਤਾ ਅੰਪਾਇਰ ਦੀ ਦੇਣ ਹੈ। ਨੈਕਸਟ ਆਉਂਦਾ ਜੀ ਆਰਟ। ਜੋ ਸਮੁੰਦਰਗੁਪਤ ਹੈ ਉਸ ਨੂੰ ਸਿੱਕਿਆਂ ਦੇ ਉੱਪਰ ਵੀਣਾ ਵਜਾਉਂਦੇ ਦਿਖਾਇਆ ਗਿਆ ਹੈ, ਜਿਵੇਂ ਕਿ ਆਪਾਂ ਪਿੱਛੇ ਇਸ ਨੂੰ ਪੜ੍ਹ ਚੁੱਕੇ ਹਾਂ। ਇਸ ਤੋਂ ਇਲਾਵਾ 2 ਮੀਟਰ ਉੱਚੀ ਇੱਕ ਬ੍ਰੌਂਜ਼ ਦੀ ਜੋ ਹੈ ਇੱਕ ਬੁੱਧਾ ਦੀ ਇੱਕ ਮੂਰਤੀ ਮਿਲੀ ਹੈ ਮਥੁਰਾ ਸਕੂਲ, ਜੋ ਕਿ ਮਥੁਰਾ ਸਕੂਲ ਆਫ ਆਰਟ ਨਾਲ ਸੰਬੰਧਿਤ ਹੈ। ਇਸ ਤੋਂ ਇਲਾਵਾ ਇੱਕ ਬੁੱਧਾ ਦੀ ਇੱਕ ਹੋਰ ਮੂਰਤੀ ਮਿਲੀ ਹੈ ਬਾਮਿਆਨ, ਇਹ ਅਫਗਾਨਿਸਤਾਨ ਦੇ ਵਿੱਚ ਹੈ ਜੀ, ਇਹ ਮਿਲੀ ਹੈ। ਇਸ ਤੋਂ ਇਲਾਵਾ ਵਿਸ਼ਨੂੰ, ਸ਼ਿਵ ਔਰ ਕੁਝ ਹੋਰ ਜੋ ਉਸ ਸਮੇਂ ਦੇ ਹਿੰਦੂ ਗੋਡ ਸਨ ਉਹਨਾਂ ਦੀਆਂ ਜੋ ਮੂਰਤੀਆਂ ਨੇ ਉਹ ਬਣਨੀਆਂ ਸ਼ੁਰੂ ਹੋ ਗਈਆਂ ਸਨ। ਨੈਕਸਟ ਆਉਂਦਾ ਜੀ ਬੁੱਧਿਜ਼ਮ ਜੋ ਹੈ ਇਸ ਸਮੇਂ ਤੱਕ ਕੀ ਹੋਇਆ ਕਿ ਉਸ ਦੀ ਜੋ ਇੰਪੋਰਟੈਂਸ ਸੀ ਬਹੁਤ ਘਟ ਚੁੱਕੀ ਸੀ, ਮਤਲਬ ਬੁੱਧਿਜ਼ਮ ਦੀ ਇੰਪੋਰਟੈਂਸ ਘਟਣੀ ਸ਼ੁਰੂ ਹੋ ਗਈ ਸੀ। ਅਜੰਤਾ ਕੇਵ ਦੇ ਵਿੱਚੋਂ ਪੇਂਟਿੰਗਸ ਨੇ ਉਹ ਵੀ ਜੋ ਹੈ ਉਹ ਬੁੱਧਿਜ਼ਮ ਆਰਟ ਨਾਲ ਸੰਬੰਧਿਤ ਹਨ, ਜੋ ਕਿ ਗੁਪਤਾ ਅੰਪਾਇਰ ਦੀ ਦੇਣ ਹਨ। ਨੈਕਸਟ ਆਉਂਦਾ ਜੀ ਲਿਟਰੇਚਰ, ਔਰ ਜੋ ਇਹ ਵਾਲਾ ਜੋ ਪੇਜ ਹੈ ਇਹ ਬਹੁਤ ਹੀ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕਾਲੀਦਾਸ। ਇਹਨਾਂ ਨੇ ਜੋ ਹੈ ਇਹ 5 ਬੁੱਕਸ ਲਿਖੀਆਂ। ਅਭਿਗਿਆਨ ਸਕੁੰਤਲਮ ਜੋ ਹੈ ਇੱਕ ਬੁੱਕ ਲਿਖੀ, ਮੇਘਦੂਤਮ, ਕੁਮਾਰ ਸੰਭਵਮ, ਵਿਕਰਮ ਉਰਵਸ਼ੀ ਔਰ ਰਘੁਵੰਸ਼, ਇਹ ਜੋ ਹੈ ਜੀ ਇਹ ਬੁੱਕਸ ਲਿਖੀਆਂ ਸੀ, ਬਹੁਤ ਹੀ ਇੰਪੋਰਟੈਂਟ ਬੁੱਕਸ ਨੇ। ਨੈਕਸਟ ਹੈ ਜੀ ਅਗਲਾ ਆਥਰ ਸੀ ਉਹ ਇੱਕ ਸੀ ਸੁਦਰਕ,
जिसने मरीचिकात्तिकम लिखी। भाषा, जिसने एक नाटक लिखा चारुदत्ता। विशाखा दत्त, जिसने मुद्राक्ष और देवी चंद्रगुप्त लिखे। मुद्राक्ष किसते लिखी सी तुसी कमेंट करके दस्सिओ। मुद्राक्ष जो इसने बुक लिखी सी ਇਹ ਕਿਸ ਤੇ ਲਿਖੀ ਸੀ? ਇੱਕ ਨਾਟਕ ਸੀ ਅਸਲ ਦੇ ਵਿੱਚ, ਇਹ ਕਿਸ ਉੱਤੇ ਲਿਖਿਆ ਗਿਆ ਸੀ? ਨੈਕਸਟ ਆਂਦਾ ਜੀ विष्णु शर्मा ਤਾਂ इसने पंचतंत्र और हितोपदेश लिखी। पाणिनि, जिसने अष्टदेव लिखी, जिसनों संस्कृत दी ग्रामर आख्या जाता है। ये पेपर दे विच बहुत ही ज्यादा बार है जो ये रिपीट हो चुकी है कि अष्टदेव है जो किसने लिखी। अमर सिम्हा, जिसने अमरकोश लिखी। इस तो बाद वत्स्याना, जिसने कामसूत्र लिखी। नैक्सट आंदा जी साइंस एंड टैक्नोलॉजी, बहुत ही इंपॉर्टेंट है। इस दे विच सब तो पहला जो है वो आर्यभट्ट, एक ग्रेट मैथमेटिशियंस है जिसने आर्यभट्ट और सूर्य सिद्धांता दो बुक लिखी हैं जी। पाई दी वैल्यू है जो वो डिस्क्राइब की और जीरो का यूज किया। हुण इत्थे मतलब आपां इत्थे एक गल ये आंदी है कि जीरो की खोज किसने की? जीरो की खोज नहीं की, जीरो का यूज किया सी आर्यभट्ट ने। सूर्य सिद्धांता जो बुक है उसदे विच इसने लिखा है कि जो अर्थ है वो सूरज के आले दुआले भी घूमती है और अपने एक्सिस दे मतलब अपने धुरे के दुआले भी घूमती है। नेक्स्ट है जी वारामीरा, जिसने पंच सिद्धांतिका और बृहद संहिता लिखी। पंच सिद्धांतिका दे विच लिखा है कि जो चंद है वो धरती के दुआले घूमता है और जो धरती है वो सूरज के दुआले घूमती है। नैक्सट आंदा जी ब्रह्मगुप्त, मैथमेटिशियन सी भी एक जी, जिसने एक ब्रह्म स्फुटिक सिद्धांत लिखी। इस दे विच पहली बारी जो है वो जीरो का यूज होया। हुण इत्थे पता लगता है कि जो जीरो की खोज सी वो ब्रह्मगुप्त ने की सी। कंसैप्ट ऑफ जीरो सी वो पहली बारी ब्रह्मगुप्त ने दिता सी। तां हुण आपां कहांगे कि जीरो का फाउंडर कौन सी जी? वो ब्रह्मगुप्त आएगा। तां यूज किसने किया सी उसका? सब तो पहला आर्यभट्ट ने किया सी। नैक्सट आंदा जी धनवंतरी है, जिसनों आयुर्वेदा की काफ़ी नॉलेज सी उस समय, इसनों फादर ऑफ आयुर्वेद आख्या जाता है। पलागप्या जी, इसने जो है एक बुक लिखी हस्त्यगर्विदा, जो कि एक हाथियां नूं मतलब ठीक करन दे लई जो है एक इस बुक दे विच जो है उसका जिक्र किया गया है। हुण ये सी जी अज दा अपना टॉपिक गुप्ता अंपायर। उम्मीद है कि तुहानूं बहुत वधिया समझ आ गया होएगा। तो इस दे विच जो है कुछ आपां जो है अज दे सैशन दे विचों कुछ क्वेश्चन बनते हैं जी, काफ़ी इंपोर्टेंट ने, जो कि मतलब पेपर दे विच रिपीट भी हो चुके हैं काफ़ी बार। उस दे रिलेटेड कुछ क्वेश्चनस ने, जिवें कि सब तो पहला इहदा तुसीं जो है इन्हां क्वेश्चन का जो जवाब है वो कमेंट दे बॉक्स दे विच जरूर देइओ। तो सक एरा जो किसने स्टार्ट की सी जी? विक्रम सावंत सी। वो कदों शुरू हुई सी? नालंदा यूनीवर्सिटी का जो फाउंडर है वो कौन है? तो चौथा क्वेश्चन है जी महरूली आयरन पिलर है जो ये किसने लगवाया अते कित्थे लगवाया? और नैपोलियन ऑफ इंडिया किसनूं कहा जाता है अते किसने कहा सी कि नैपोलियन इंडिया जो है वो राजा है? तो ये तुसी जो क्वेश्चन ने काफ़ी आसान क्वेश्चन ने, अपनी जो इस दे लैक्चर दे विच हुई है क्वेश्चनों के जो है तुहानूं जवाब मिल जाणगे। तो कमेंट बॉक्स दे विच जरूर इन्हां दा वो जवाब दिओ। तो थैंक यू। नैक्सट लैक्चर दे विच मिलदे हां जी।